ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਗੁਰੂ ਦਾ ਸਾਜਿਆ ਹੋਇਆ, ਖਾਲਸੇ ਦੀ ਫਤਿਹ ਗੁਰੂ ਦੀ ਫਤਿਹ ਹੁੰਦੀ ਹੈ। ਗੁਰੂ ਵਾਹ ਹੈ, ਗੁਰੂ ਧਨ ਹੈ। ਗੁਰਬਾਣੀ ਨਾਲ ਪ੍ਰੇਮ ਕਰਨ ਵਾਲਿਓ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਜੋੜਾਂ ਨੂੰ ਸਮਝਣ ਦਾ ਉਪਰਾਲਾ ਆਪਾਂ ਕਰ ਰਹੇ ਸਾਂ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਵਿਚਾਰ ਕਰਾਂਗੇ ਸੰਬੰਧਕਾਂ ਬਾਰੇ। ਸੰਬੰਧਕ, ਜਿਸ ਨੂੰ ਅੰਗਰੇਜ਼ੀ ਵਿੱਚ ਪ੍ਰੈਪੋਜੀਸ਼ਨ ਕਿਹਾ ਜਾਂਦਾ ਹੈ, ਇਹ ਸੰਬੰਧਕ ਸ਼ਬਦ ਜਿਹੜਾ ਹੈ ਨਾਮ ਪ੍ਰਨਾਮ ਦਾ, ਵਾਕ ਦੇ ਹੋਰ ਨਾਮ ਪ੍ਰਨਾਮ ਆਦਿਕ ਨਾਲ ਜੋ ਸੰਬੰਧ ਪ੍ਰਗਟ ਕਰਦਾ ਉਸ ਨੂੰ ਸੰਬੰਧਕ ਕਿਹਾ ਜਾਂਦਾ ਹੈ। ਤਾਂ ਇਹ ਪਛਾਣ ਕਰਨ ਦੀ ਕੋਸ਼ਿਸ਼ ਕਰਨੀ ਹੈ ਤੁਕਾਂ ਵਿੱਚ ਕਿੱਥੇ ਕਿੱਥੇ ਸੰਬੰਧਕ ਵਰਤਿਆ, ਕਿਹੜਾ ਸੰਬੰਧਕ ਵਰਤਿਆ ਗਿਆ ਹੈ। ਅੱਗੇ 75 ਨੰਬਰ ਤੱਕ ਅਸੀਂ ਵਿਚਾਰ ਕਰ ਚੁੱਕੇ ਹਾਂ ਸਹੀ ਤੁਕ ਚੁਣੋ ਦੀ, ਤੇ ਹੁਣ 76 ਨੰਬਰ ਤੋਂ ਅਸੀਂ ਵਿਚਾਰ ਕਰਾਂਗੇ ਸੰਬੰਧਕ ਚੁਣੋ। 3 ਪੰਕਤੀਆਂ ਆਪ ਜੀ ਦੇ ਸਾਹਮਣੇ ਹਨ। ਇਹਨਾਂ 3 ਪੰਕਤੀਆਂ ਵਿੱਚ ਸੰਬੰਧਕ ਚੁਣਨਾ ਕਿਹੜਾ ਕਿਹੜਾ ਵਰਤਿਆ ਗਿਆ ਹੈ। ਊੜਾ ਪੰਕਤੀ ਜਿਹੜੀ ਹੈ ਇਹਦੇ ਵਿੱਚ ਚੀ ਸ਼ਬਦ ਸੰਬੰਧਕ ਹੈ। ਸੰਤ ਚੀ ਸੰਗਤ, ਸੰਤ ਕਥਾ ਰਸ। ਚੀ ਦਾ ਮਤਲਬ ਹੈ ਦੀ। ਮਰਾਠੀ ਭਾਸ਼ਾ ਦੇ ਕੁਝ ਸ਼ਬਦ ਹਨ ਚੀ। ਸਿੰਘ ਚ ਭੋਜਨ ਜੋਰ ਨਰ ਜਾਣੈ। ਦੂਜੀ ਪੰਕਤੀ ਵਿੱਚ ਚੱਚਾ ਜਿਹੜਾ ਹੈ ਇਹ ਸੰਬੰਧਕ ਹੈ। ਇਹਦਾ ਮਤਲਬ ਹੈ ਦਾ, ਸਿੰਘ ਦਾ ਭੋਜਨ। ਈੜੀ ਵਾਲੀ ਪੰਕਤੀ ਵਿੱਚ ਸੰਬੰਧਕ ਹੈ ਚੈ। ਚੈ ਦਾ ਮਤਲਬ ਹੈ ਦੇ। ਜਾਂ ਚੈ ਹੈ ਘਰੀ, ਜਿਸ ਦੇ ਘਰ ਵਿੱਚ। ਜਾਂ ਚੈ ਜਿਸ ਦੇ। ਤੋ ਚੀ ਸੰਬੰਧਕ ਆ ਗਿਆ ਪਹਿਲੀ ਪੰਕਤੀ ਵਿੱਚ, ਤੱਤੇ ਨੂੰ ਔਂਕੜ ਹਟ ਗਿਆ। ਐੜਾ ਵਾਲੀ ਪੰਕਤੀ ਵਿੱਚ ਸੰਬੰਧਕ ਆ ਗਿਆ ਚ, ਸਿੰਘ ਦੇ ਘੱਗੇ ਦਾ ਔਂਕੜ ਹਟ ਗਿਆ। ਅੱਗੇ ਚੱਲਦੇ ਹਾਂ। ਨੰਬਰ 77 ਉੱਪਰ ਸੰਬੰਧਕ ਚੁਣੋ। 3 ਪੰਕਤੀਆਂ ਹਨ। ਊੜਾ ਵਾਲੀ ਪੰਕਤੀ ਹੈ, ਇਹਦੇ ਵਿੱਚ ਸੰਬੰਧਕ ਹੈ ਕੇ। ਗੱਗਾ ਗੁਰ ਕੇ ਬਚਨ ਪਛਾਨਾ। ਕੇ ਸੰਬੰਧਕ ਹੈ। ਜੇ ਸੰਬੰਧਕ ਨਾ ਹੋਵੇ ਤਾਂ ਫਿਰ ਪੰਕਤੀ ਬਣਦੀ ਹੈ ਗੱਗਾ ਗੁਰ ਬਚਨ ਪਛਾਨਾ। ਤੋ ਇਹਨਾਂ ਨੂੰ ਜੋੜਨ ਵਾਸਤੇ ਕੇ ਵਰਤਿਆ ਗਿਆ। ਇਹਨਾਂ ਦਾ ਸੰਬੰਧ ਪ੍ਰਗਟ ਕਰਨ ਵਾਸਤੇ ਕੇ ਵਰਤਿਆ ਗਿਆ। ਕੇ ਸੰਬੰਧਕ ਹੋ ਗਿਆ ਦਾ ਮਤਲਬ ਦੇ। ਇਸ ਤੋਂ ਪਹਿਲਾਂ ਜਿਹੜਾ ਗੁਰ ਸ਼ਬਦ ਆਇਆ ਹੈ ਇਹਦੇ ਵਿੱਚ ਰਾਰਾ ਮੁਕਤਾ ਹੋ ਗਿਆ, ਕਿਉਂਕਿ ਸੰਬੰਧਕ ਜਿਹੜਾ ਹੈ ਇਹਦਾ ਗੁਣ ਹੈ ਕਿ ਜਿਹੜਾ ਔਂਕੜ ਅੰਤ ਵਾਲਾ ਸ਼ਬਦ ਹੁੰਦਾ ਉਹਦਾ ਔਂਕੜ ਹਟਾ ਦਿੰਦਾ ਹੈ। ਕੁਝ ਐਕਸੈਪਸ਼ਨਸ ਹੈਗੀਆਂ, ਉਹਨਾਂ ਦੇ ਬਾਰੇ ਬਾਅਦ 'ਚ ਵਿਚਾਰ ਕਰਾਂਗੇ। ਐੜਾ ਪੰਕਤੀ ਵਿੱਚ ਹੈ ਧੂੜੀ ਮੱਜਨ ਸਾਧ ਖੇ ਸਾਈਂ ਥੀਏ ਕਿਰਪਾਲ। ਇਸ ਵਿੱਚ ਸੰਬੰਧਕ ਹੈ ਖੇ। ਖੇ ਸਿੰਧੀ ਭਾਸ਼ਾ ਵਿੱਚੋਂ ਆਇਆ। ਇਸ ਦਾ ਮਤਲਬ ਇੱਥੇ ਦੀ। ਧੂੜੀ ਮੱਜਨ ਸਾਧ ਖੇ, ਸਾਧ ਦੀ ਧੂੜੀ ਦਾ ਮੱਜਨ। ਮੱਜਨ ਦਾ ਮਤਲਬ ਹੈ ਇਸ਼ਨਾਨ। ਇੱਥੇ ਧੂੜੀ ਦਾ ਮਤਲਬ ਇਹ ਨਹੀਂ ਕਿ ਮਿੱਟੀ। ਧੂੜੀ ਦਾ ਮਤਲਬ ਹੈ ਇੱਥੇ ਸੰਗਤ, ਸਾਧ ਦੀ ਸੰਗਤ ਕਰਨੀ। ਸੰਗਤ ਵਿੱਚੋਂ ਗਿਆਨ ਮਿਲਣਾ, ਅਤੇ ਗਿਆਨ ਜਿਹੜਾ ਹੈ ਉਹੀ ਨਾਮ ਦਾ ਇਸ਼ਨਾਨ ਹੈ, ਮਨ ਦਾ ਇਸ਼ਨਾਨ ਹੈ। ਜਿਹੜਾ ਗਿਆਨ ਹੈ ਤਾਂ ਗਿਆਨ ਵਿੱਚ ਨਾਮ ਹੈ, ਤਾਂ ਨਾਮ ਹੀ ਮਨ ਦਾ ਇਸ਼ਨਾਨ ਹੁੰਦਾ ਹੈ। ਮਿੱਟੀ ਨਾਲ ਇਸ਼ਨਾਨ ਨਹੀਂ ਹੁੰਦਾ। ਇੱਥੇ ਸੰਕੇਤ ਵਰਤਿਆ ਗਿਆ ਹੈ ਨਿਮਰਤਾ ਨਾਲ ਸੰਗਤ ਕਰਨੀ ਅਤੇ ਬਚਨਾਂ ਨੂੰ ਆਪਣੇ ਮਨ 'ਚ ਵਸਾ ਕੇ ਮਨ ਦੀ ਮੈਲ ਦੂਰ ਕਰਨੀ। ਈੜੀ ਭਾਗ ਵਿੱਚ ਆਏ ਨਾ ਸਕਾਂ
तुझ कन्नी प्यारे। सो कन्नी का मतलब है कोल। सो ये पंक्ति जिहड़ी है पूरी लंबी सी, इस करके थोड़ी शॉर्ट लिखी है। इस तो बाद से भेज ना सका कोई, इस पंक्ति के अगे सीगा भेज ना सका कोई। तो कन्नी शब्द जिहड़ा है इहदा ये संबंधक है, इहदा मतलब कोल। आए ना सका तुझ प्यारे, भेज ना सका कोई, इन्होंने जोड़न वास्ते कन्नी शब्द है, इहदा मतलब है कोल या पास, ये संबंधक है। 78 नंबर की गल करते हैं। 78 नंबर विच ऊड़ा वाली पंक्ति है, जां तू मेरे वल है तां क्या मोह छंदा। ਜਾਂ ਤੇ ਤਾਂ ਕਈ ਵਾਰੀ ਇਹਨਾਂ ਦਾ ਪਾਠ ਜਾ ਤੇ ਤਾ ਵੀ ਹੁੰਦਾ ਹੈ। ਜਾ ਦਾ ਮਤਲਬ ਹੁੰਦਾ ਹੈ ਜਿਸ, ਤੇ ਜਦੋਂ ਕੰਡੀਸ਼ਨ ਹੋਵੇ ਉਸ ਵੇਲੇ ਬਿੰਦੀਆਂ ਦਾ ਉਚਾਰਨ ਹੁੰਦਾ ਹੈ। ਇਹ ਕੰਡੀਸ਼ਨ ਇੱਥੇ ਵੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨ ਦਾ। ਤੋ ਕੰਡੀਸ਼ਨ ਵਿੱਚ ਇਹਨਾਂ ਬਿੰਦੀਆਂ ਦਾ ਉਚਾਰਨ ਹੁੰਦਾ, ਜੇ ਤੇ ਕੰਡੀਸ਼ਨ ਨਾ ਹੋਵੇ तो इन्हों का पाठ जो जा तो ता ही रहिंदा है। ये ध्यान रखने वाली गल है। ऊड़ा भाग विच जिहड़ी पंक्ति है, जां तू मेरा है तां क्या मोशंदा, इन्होंने जोड़न वास्ते शब्द वरत्या गया वल। जां तू मेरा वल है तां क्या मोशंदा। तो ऊड़ा भाग विच वल संबंधक है। ऐड़ा भाग विच शब्द जिहड़ा संबंधक है वह है धिर। पाम सुहावे जां तौ धिर जुलदे। जुलदे भी सिंधी भाषा विच है, जुलदे का मतलब चलदे। पाम सुहावे जां तौ धिर जुलदे, शीश सुहावा चरणी, ये पंक्ति का अगला भाग सी। ईड़ी भाग विच चित चात्रिक बूंद ओर, इन्हां विच इस पंक्ति के 4 शब्द हैं। चौहां विच ओर शब्द जिहड़ा है ये संबंधक है। ओर का मतलब वल। चित चात्रिक बूंद ओर, बूंद वल। सो ये ओर शब्द जिहड़ा है ये जिहड़ी पंक्ति विच संबंधक है। अगर नंबर 79 वाल आने संबंधक चुनो। हाँ तुद विटड़ियों सद वारी जीव। तो जे पंक्ति होवे हाँ तुद सद वारी जीव, इन्हों जोड़ना होवे तो ये शब्द वरत्या गया विटड़ियों। विटड़ियों मतलब है तू, तुद विटड़ियों, विटों भी शब्द आता है तो यह है विटड़ियों। ऐड़ा भाग विच भी विटों शब्द है वो संबंधक है। ईड़ी भाग विच संबंधक जिहड़ा है वह है नो। कुर्बान तेरे नाम नो, नाम नो मतलब नाम तो कुर्बान हाँ। तो नो शब्द आ गया तो नाम के वाह वाह जिहड़ा मुक्ता हो गया। संबंधक ने इन्हू मुक्ता कर दिता। इस तरह तुद शब्द जिहड़ा तदा मुक्ता हो गया उपरलियां पंक्तियां विच, क्योंकि उन्होंने अगे संबंधक वरत्या सी। नंबर 80 वाल आउंदे हैं। संबंधक चुनो प्यारिओ, लाओ थोड़ा जिहा कैसे थे अपना तिन्हां पंक्तियां विच किहड़ा किहड़ा संबंधक होएगा। ऊड़ा वाली पंक्ति जिहड़ी है, मन कारी कबहू ना हरि गुण गायो, इहदे विच संबंधक जिहड़ा है वह है कार्य करके, मन करके। तो जे कर विचों हटा दईए तो बन जाता मन कबू ना हरि गुण गायो। इन्हों जोड़न वास्ते कार्य शब्द है मन करके, मन दे नाल। ऐड़ा वाली पंक्ति है, अखी परणे जे फिरां देखा सब आकार। सो जे पढ़िए अखी जे फिरां देखा सब आकार, तो इन्हों जोड़न वास्ते परणे शब्द वरत्या गया है। परणे का मतलब है अखां दे भार, अखी परणे। ईड़ी वाली पंक्ति विच पानी विचों रतन उपन्ने मेरु किया माधानी। तो जे होवे पंक्ति पानी रतनों पन्ने मेर किया मधानी, पानी रतनों पन्ने। सो इस पंक्ति को सार्थक बनाने वास्ते
ਸੰਬੰਧਕ ਵਰਤਿਆ ਗਿਆ ਵਿੱਚੋਂ, ਪਾਣੀ ਵਿੱਚੋਂ ਰਤਨ ਪੰਨੇ, ਵੀ ਪਾਣੀ ਵਿੱਚੋਂ ਰਤਨ ਜਿਹੜੇ ਆ ਉਹ ਪੈਦਾ ਹੋਏ ਆ। ਮੇਰ ਕੀਆ ਮਾਧਾਣੀ, ਮੇਰ ਦਾ ਮਤਲਬ ਹੈ ਪਹਾੜ, ਮੇਰੂ ਪਰਬਤ, ਸੁਮੇਰ ਪਰਬਤ। ਅੱਗੇ ਨੰਬਰ 81 ਵੱਲ ਆਉਂਦੇ ਹਾਂ। ਤਾਂ 81 ਵਿੱਚ 3 ਪੰਕਤੀਆਂ ਹਨ। ਥੋੜ੍ਹਾ ਜਿਹਾ ਸੋਚ ਤੇ ਘੋੜੇ ਦੌੜਾਓ ਪਿਆਰਿਓ, ਇੱਥੇ ਵੀ ਕੋਸ਼ਿਸ਼ ਕਰੋ ਲੱਭਣ ਦੀ ਕਿਹੜਾ ਕਿਹੜਾ ਸੰਬੰਧਕ ਹੈ ਇਹਨਾਂ 3 ਪੰਕਤੀਆਂ ਵਿੱਚ। ਊੜਾ ਵਾਲੀ ਪੰਕਤੀ ਵਿੱਚ ਸੰਬੰਧਕ ਹੈ ਵਿੱਚ ਦੇ, ਗੁਰ ਵਿੱਚ ਦੇ ਤੁਝੇ ਧਿਆਈ। ਵਿੱਚ ਦੇ ਮਤਲਬ ਹੈ ਦੀ ਰਾਹੀਂ, ਗੁਰੂ ਦੀ ਰਾਹੀਂ। ਤੋਂ ਵਿੱਚ ਦੇ ਸ਼ਬਦ ਜਿਹੜਾ ਇਹ ਇਕੱਠਾ ਵੀ ਲਿਖਿਆ ਹੋਇਆ ਬੀੜਾਂ ਵਿੱਚ, ਪ੍ਰੋਫੈਸਰ ਸਾਹਿਬ ਸਿੰਘ ਨੇ ਇਸ ਨੂੰ ਇਸ ਤਰ੍ਹਾਂ ਇਹਦਾ ਪਦਛੇਦ ਕੀਤਾ ਹੈ। ਵਿੱਚ ਦੇ ਦਾ ਮਤਲਬ ਹੈ ਦੀ ਰਾਹੀਂ। ਤੋਂ ਇਸ ਤੋਂ ਪਹਿਲਾਂ ਗੁਰ ਸ਼ਬਦ ਆਇਆ, ਇਹਦਾ ਰਾਰਾ ਮੁਕਤਾ ਹੋ ਗਿਆ। ਐੜਾ ਵਾਲੀ ਪੰਕਤੀ ਵਿੱਚ ਹੈ ਗਲ ਤਾਈਂ ਪਾਪ ਕਮਾਵੈ। ਗਲ ਤਾਈਂ, ਗਲ ਪਾਪ ਕਮਾਵੈ, ਇਹਦਾ ਨਹੀਂ ਕੋਈ ਅਰਥ ਬਣਦਾ। ਇਹ ਸੰਬੰਧਕ ਵਿੱਚ ਤਾਈਂ ਵਰਤਿਆ ਗਿਆ, ਜਿਹਦੇ ਨਾਲ ਇਸ ਦਾ ਅਰਥ ਬਣ ਸਾਰਥਕ ਹੋ ਜਾਂਦਾ ਹੈ। ਵਾਹ ਗਲ ਤਾਈਂ ਮਨ ਗਲ ਤੱਕ। ਈੜੀ ਪੰਕਤੀ ਹੈ ਉੱਠ ਪੰਡਤ ਪੈ ਚੱਲੇ ਨਿਰਾਸ਼ਾ। ਉੱਠ ਪੰਡਤ, ਪੰਡਿਤ ਵੀ ਉੱਠ ਕੇ ਚੱਲੇ ਨਿਰਾਸ਼ਾ, ਨਿਰਾਸ਼ ਹੋ ਕੇ ਤੁਰ ਪਏ, ਚਲੇ ਗਏ। ਸੋ ਉੱਠ ਪੰਡਤ, ਪੈ ਦਾ ਮਤਲਬ ਹੈ ਇੱਥੇ ਵੀ, ਪੰਡਿਤ ਵੀ। ਉੱਠ ਪੰਡਿਤ ਪੈ ਚੱਲੇ ਨਿਰਾਸ਼ਾ। ਨੰਬਰ 82 ਵੱਲ ਆਉਂਦੇ ਹਾਂ। ਗੁਰਬਾਣੀ ਦੇ ਪ੍ਰੇਮੀਆਂ ਲਾਓ ਇੱਥੇ ਥੋੜ੍ਹਾ ਜਿਹਾ ਆਪਣਾ ਵੀ ਗੈਸ, ਵੀ ਕਿਹੜਾ ਇੱਥੇ ਸੰਬੰਧਕ ਇਹ ਇਕੱਲੀ ਇਕੱਲੀ ਪੰਕਤੀ ਵਿੱਚ ਨਜ਼ਰ ਆਉਂਦਾ। ਊੜਾ ਵਾਲੀ ਪੰਕਤੀ ਲਈਏ ਤਾਂ ਕੌਡੀ ਬਦਲੇ ਰਤਨ ਤਿਆਗੈ। ਤੋ ਜੇ ਅਸੀਂ ਪੜ੍ਹਦੇ ਹਾਂ ਕੌਡੀ ਰਤਨ ਤਿਆਗੈ ਤੇ ਇਹ ਸਾਰਥਕ ਨਹੀਂ ਬਣਦਾ, ਤੇ ਇਹਦੇ ਵਾਸਤੇ ਬਦਲੇ ਸ਼ਬਦ ਵਰਤਿਆ ਗਿਆ ਹੈ। ਕੌਡੀ ਬਦਲੇ ਰਤਨ ਤਿਆਗ ਦਿੰਦੇ ਹਨ, ਹੀਰਾ ਤਿਆਗ ਦਿੰਦੇ ਹਨ। ਜਿਵੇਂ ਛੋਛੀਆਂ ਵਸਤੂਆਂ ਵਾਸਤੇ, ਮੋਹ ਮਾਇਆ ਵਾਲੇ ਪਦਾਰਥਾਂ ਵਾਸਤੇ ਨਾਮ ਰੂਪੀ ਹੀਰਾ ਜਿਹੜਾ ਆ ਉਸ ਨੂੰ ਛੱਡ ਦਿੰਦੇ ਹਨ। ਬਦਲੇ ਸੰਬੰਧਕ ਹੈ। ਐੜ ਵਾਲੀ ਪੰਕਤੀ ਵਿੱਚ ਮੈਂ ਤਾਂ ਮੋਲ ਮਹਿੰਗੀ ਲਈ ਜੀ ਸਟੈ। ਤੋ ਜੇ ਆਪਾਂ ਇੱਦਾਂ ਪੜ੍ਹੀਏ ਮੈਂ ਤਾਂ ਮੋਲ ਮਹਿੰਗੀ ਲਈ ਜੀ, ਤੋ ਇਹਦਾ ਪੂਰਾ ਅਰਥ ਨਹੀਂ ਬਣਦਾ। ਮੈਂ ਤਾਂ ਮੋਲ ਮਹਿੰਗੀ ਲਈ ਜੀ, ਇੱਥੇ ਜੀ ਜਿਹੜਾ ਆ ਸਤਿਕਾਰ ਵਾਲਾ ਸ਼ਬਦ ਨਹੀਂ, ਇੱਥੇ ਜੀ ਦਾ ਮਤਲਬ ਹੈ ਆਪਣੀ ਜ਼ਿੰਦ। ਮੈਂ ਤਾਂ ਮੋਲ ਮਹਿੰਗੀ ਲਈ ਜ਼ਿੰਦ, ਇਹਦਾ ਅਰਥ ਇੱਦਾਂ ਬਣੂਗਾ, ਪਰ ਇੱਦਾਂ ਨਹੀਂ ਬਣਦਾ। ਸੱਟੇ ਨਾਲ ਪੂਰਾ ਅਰਥ ਬਣਦਾ। ਸੱਟੇ ਦਾ ਮਤਲਬ ਹੈ ਬਰਾਬਰ। ਮੈਂ ਤਾਂ ਮੋਲ ਮਹਿੰਗੀ ਲਈ ਜੀ ਸੱਟੇ, ਆਪਣੀ ਜ਼ਿੰਦ ਦੇ ਬਰਾਬਰ, ਜ਼ਿੰਦ ਬਰਾਬਰ ਦੇ ਕੇ, ਜ਼ਿੰਦ ਦੇ ਕੇ ਮੈਂ ਇਹ ਪ੍ਰੀਤ ਜਿਹੜੀ ਆ ਉਹ ਇਸ ਤਰ੍ਹਾਂ ਮਹਿੰਗੇ ਮੁੱਲ ਨਾਲ ਖਰੀਦੀ ਹੈ। ਜ਼ਿੰਦ ਦੇ ਬਦਲੇ ਖਰੀਦੀ ਹੈ ਕਹਿ ਸਕਦੇ ਹਾਂ। ਸੱਟੇ ਦਾ ਮਤਲਬ ਬਦਲੇ। ਈੜੀ ਭਾਗ ਵਿੱਚ ਹੈ ਕਾਚ ਬਾਦਰੇ ਲਾਲ ਖੋਈ ਹੈ। ਸੋ ਬਾਦਰੇ ਸ਼ਬਦ ਸਮਝਣ ਦੀ ਲੋੜ ਹੈ। ਜੇ ਕਿ ਇਹ ਕਾਚ ਲਾਲ ਖੋਈ ਹੈ, ਕਾਚ ਲਾਲ ਖੋਈ ਹੈ, ਕਾਚ ਕੱਚ ਹੁੰਦਾ, ਲਾਲ ਹੀਰਾ ਰਤਨ ਹੁੰਦਾ ਹੈ। ਤੋ ਇਹਨਾਂ ਨੂੰ ਜੋੜਨ ਵਾਸਤੇ ਬਾਦਰੇ ਸ਼ਬਦ ਹੈ। ਬਾਦਰੇ ਦਾ ਮਤਲਬ ਬਦਲੇ। ਕਾਚ ਬਾਦਰੇ ਲਾਲ ਖੋਈ ਹੈ, ਕੱਚ ਦੇ ਬਦਲੇ ਲਾਲ ਗਵਾ ਦਿੱਤਾ, ਕੱਚ ਦੇ ਲਾਲਚ ਵਿੱਚ ਲਾਲ ਗਵਾ ਦਿੱਤਾ। ਤੋ ਕੱਚ ਦਾ ਮਤਲਬ ਇੱਥੇ ਹੈ ਮੋਹ ਮਾਇਆ ਦੀਆਂ ਚੀਜ਼ਾਂ ਜਿਹੜੀਆਂ ਹਨ ਮਨ ਨੂੰ ਭਰਮਾਉਣ ਵਾਲੀਆਂ, ਤੇ ਉਹਦੇ ਵਿੱਚ ਪੈ ਕੇ ਲਾਲ ਗਵਾ ਦਿੱਤਾ। ਲਾਲ ਦਾ ਮਤਲਬ ਹੈ ਇੱਥੇ ਕੀਮਤੀ, ਬੰਦਗੀ, ਈਸ਼ਵਰ ਦਾ ਨਾਮ, ਉਹਦਾ ਪਿਆਰ ਜਿਹੜਾ ਗਵਾ ਦਿੱਤਾ। ਕਾਚ ਬਾਦਰੇ,
सो बादरे का मतलब है बदले। नंबर 83 वाली पंक्ति है ऊड़ा एड़ा एड़ी। लाओ अपना गैस प्यारिओ। देखो किहड़ा किहड़ा संबंधक जापदा इन्हां विच। ਊੜਾ वाली पंक्ति विच शब्द जिहड़ा संबंधक है वो है बदलावन। आन देव बदलावन ही दै हों। बाकी जिहड़े देवते है ना वो मैं बदले विच दे दियांगा। सो बदलावन ही मतलब बदले विच दे दियांगा भी तुम लै लो बाकी सारे देवते, मैनू सिर्फ नाम चाहिए, नाम दे दिओ ते नाम दे बट्टे सारे देवते जिहड़े मेरे तो लै लो। मैं इन्हां छड्डण नूं तैयार हाँ। मतलब मैं इन्हां देवतियां नाल मेरा कोई संबंध नहीं, मेरे को केवल नाम ही है। एड़ा वाली पंक्ति विच नाम तुल्य कछु अबरु न होए। तो जे कि ये नाम कछु अबरु न होए तो इहदा अर्थ पूरा नहीं बनता। तुल शब्द नाल बनता। इस संबंधक है तुल्य। नाम तुल्य, नाम दे बराबर कोई होर नहीं है, कुछ होर नहीं है। सो नाम शब्द का मम्मे नूं औंकड़ जिहड़ा हट गया क्योंकि मोरे संबंधक आ गया तुल्य। ईड़ी भाग विच आप इन्हां देह चुरू पर पानी। इत्थे जिहड़ा संबंधक है वह है भारे। भर का मतलब बराबर, चूली के बराबर आप पानी नहीं दिंदे। आप तो चूली के बराबर पानी किसी को दे नहीं सकते ते उन्हां दी निंदिया करते हैं जिन्होंने गंगा बहा दी। इत्थे आप किसी को पानी का घुट नहीं दे सकते। सो चुरू भर का मतलब है चूली भर, चूली जिन्ना, चूली के बराबर थोड़ा जिहा पानी। अगे है नंबर 84। तो प्यारे लाओ अपना अपना हिसाब किताब टोलो किहड़े संबंधक हो सकते हैं। ਊੜਾ वाली पंक्ति जिहड़ी है इस विच संबंधक है समसर। उन समसर अबर ना दाते। समसर का मतलब है बराबर। एड़ा वाला भाग जिहड़ा है हम सारी दीन दयाल ना तुम सर। तो इहदे विच सर शब्द जिहड़ा है सारिਆਂ सियारी ये संबंधक है। होर थावां ते सर का मतलब सरोवर भी हुंदा है क्यों रारे सियारी पई है तो मतलब सरोवर विच बन जाएगा। नाम नूं सियारी पई है, नाम सरोवर नाम हुंदा पर इत्थे नाम नहीं वरत्या, इत्थे संबंधक वरत्या गया मतलब बराबर। जिद्दां उपर समसारी है इदां इकल्ला सर शब्द जिहड़ा ये भी संबंध तौर पर वरत्या गया। हम सारे मतलब मेरे बराबर कोई गरीब नहीं, दीन नहीं, दयाल ना तुम सर, ते तेरे बराबर कोई दयालु नहीं। तो थोड़ी जी पंक्ति जिहड़ी अगे लंबी सी अब पतियार क्या कीजे वाली। ईड़ी भाग दे विच जो संबंधक है वो है मिकदारा। मन मैं मत, मैं मत, इनू मैं नहीं पढ़ना, मैं पढ़ना मैं, जिदा मम्मा जइया हुंदा मैं। मन मैं मत मैगल मिकदारा। मिकदारा मतलब बराबर, बराबर हाथी दे बराबर, हाथी की तरह। मन जिहड़ा वो शराब के नशे विच मस्त है। मोह माया के नशे विच, माया मन शराब हुंदी है, नशे विच मस्त है, हाथी बराबर। मैगल मिकदारा। तो मैगल दे लले नूं औंकड़ हट गया। अगे नंबर 85 है प्यारिओ। अपना गैस वर्क लाओ। इत्थे देखो किहड़ा किहड़ा संबंधक जापदा तिन्नां पंक्तियां विच। लो देखते हैं। ऊड़ा वाली पंक्ति है जीड़ा अग्नि बराबर ही तपै। जो कि है जीड़ा अग्नि तपै, जीड़ा अग्नि तपै, जीड़ा अग
ਤਪਦੀ ਹੈ, ਇਹ ਬਣ ਜਾਂਦਾ। ਹੁਣ ਬਰਾਬਰੀ ਸ਼ਬਦ ਜਿਹੜਾ ਵਿੱਚ ਜੋੜੇਗਾ ਸੰਬੰਧਕ, ਇਹਦੇ ਨਾਲ ਪੂਰੇ ਅਰਥ ਬਣਦੇ ਆ। ਜਿਹੜਾ ਅਗਨੀ ਬਰਾਬਰ ਤਪੈ, ਅੱਗ ਦੇ ਬਰਾਬਰ ਤਪਦਾ ਹੈ। ਐੜਾ ਭਾਗ ਇਸ ਵਿੱਚ ਗੁਰਜੇਵੜ ਦਾਤਾ ਕੋ ਨਹੀਂ। ਜੇ ਆਪਾਂ ਪੜ੍ਹਦੇ ਹਾਂ ਗੁਰਦਾਤਾ ਕੋ ਨਹੀਂ, ਇਹਦਾ ਅਰਥ ਬਿਲਕੁਲ ਉਲਟ ਹੋ ਜਾਂਦਾ, ਗੁਰਦਾਤਾ ਕੋ ਨਹੀਂ। ਜੇਵੜ ਸ਼ਬਦ ਜਿਹੜਾ ਹੈ ਇਹਦਾ ਮਤਲਬ ਇੱਥੇ ਹੁਣ ਬਰਾਬਰ ਦਾ ਹੈ, ਇਹ ਸੰਬੰਧਕ ਵਰਤਿਆ ਗਿਆ। ਗੁਰਜੇਵੜ ਦਾਤਾ ਕੋ ਨਹੀਂ, ਗੁਰੂ ਦੇ ਬਰਾਬਰ ਦਾ ਦਾਤਾ ਕੋਈ ਨਹੀਂ ਹੈ। ਤੋ ਜੇਵੜ ਸ਼ਬਦ ਜਿਹੜਾ ਇਸਨੇ ਗੁਰ ਸ਼ਬਦ ਦਾ ਜਿਹੜਾ ਰਾਰਾ ਹੈ ਇਸਦਾ ਔਂਕੜ ਹਟਾ ਦਿੱਤਾ। ਈੜੀ ਭਾਗ ਵਿੱਚ ਤੇ ਘਰ ਮਰ ਹਟ ਸਾਰਖੇ ਭੂਤ ਬਸਹਿ ਤਿਨ ਮਾਹਿ। ਤੇ ਘਰ ਮਰ ਹਟ ਭੂਤ, ਤੇ ਘਰ ਮਰ ਹਟ ਭੂਤ, ਇਹਨਾਂ ਦਾ ਸੰਬੰਧ ਨਹੀਂ ਬਣਦਾ। ਉਹ ਘਰ ਸ਼ਮਸ਼ਾਨ ਘਾਟ ਹਨ, ਭੂਤ ਹਨ। ਤੋ ਇਹਦਾ ਸੰਬੰਧ ਜੋੜਿਆ ਹੈ ਸਾਰਖੇ ਨੇ। ਸਾਰਖੇ ਮਤਲਬ ਬਰਾਬਰ, ਤੇ ਘਰ ਉਹ ਘਰ ਜਿਹੜੇ ਆ ਮਰਹਟ ਸਾਰਖੇ ਸ਼ਮਸ਼ਾਨ ਘਾਟ ਦੇ ਬਰਾਬਰ ਹਨ। ਭੂਤ ਬਸੇ ਤਿੰਨ ਮਾਹੇ, ਉਹਨਾਂ ਘਰਾਂ ਵਿੱਚ ਜੋ ਵਸ ਰਹੇ ਹਨ ਉਹ ਭੂਤਾਂ ਦੀ ਤਰ੍ਹਾਂ ਹੀ ਹਨ, ਭੂਤ ਨਹੀਂ ਹਨ। ਕਿਉਂਕਿ ਨਾਮ ਕੋਲ ਨਹੀਂ, ਰੱਬੀ ਬੰਦਗੀ ਨਹੀਂ, ਰੱਬੀ ਜਿਹੜੇ ਗੁਰਮੁਖ ਜਾਣਿਆ ਉਹਨਾਂ ਦੀ ਸੇਵਾ ਨਹੀਂ, ਰੱਬੀ ਬੰਦਗੀ ਨਹੀਂ। ਤੋ ਇਸ ਤਰ੍ਹਾਂ ਉਹਨਾਂ ਨੂੰ ਕਬੀਰ ਜੀ ਨੇ ਕਿਹਾ ਵੀ ਉਹ ਸ਼ਮਸ਼ਾਨ ਘਾਟ ਦੇ ਬਰਾਬਰ ਹੀ ਹਨ। ਕਿਉਂਕਿ ਸ਼ਮਸ਼ਾਨ ਘਾਟ 'ਚ ਮੁਰਦੇ ਹੀ ਹੁੰਦੇ ਆ, ਉਹਨਾਂ ਵਿੱਚ ਜਾਨ ਕੋਈ ਨਹੀਂ ਹੁੰਦੀ। ਤੇ ਭੂਤ ਬਸਣੇ ਤਿੰਨ ਮਾਹੇ, ਇੱਥੇ ਵਸਣ ਵਾਲੇ ਵੀ ਘਰ ਵਿੱਚ ਫਿਰ ਉਹਨਾਂ ਨੂੰ ਭੂਤ ਨੇ ਕਿਹਾ ਗਿਆ, ਕਿਉਂਕਿ ਨਾਮ ਤੋਂ ਬਿਨਾਂ ਬੰਦਾ ਜਿਹੜਾ ਉਹ ਭੂਤ ਨਹੀਂ ਹੁੰਦਾ। ਅੱਗੇ ਆ ਗਿਆ ਨੰਬਰ 86। ਗੁਰਬਾਣੀ ਦੇ ਪ੍ਰੇਮੀਓ, ਅਭਿਆਸੀਓ, ਪਿਆਰਿਓ, ਲਾਓ ਇੱਥੇ ਆਪਣਾ ਗੈਸ ਵਰਕ, ਦੇਖੋ ਤਾਂ ਕਿਹੜਾ ਕਿਹੜਾ ਸੰਬੰਧਕ ਜਾਪਦਾ। ਪਹਿਲੀ ਪੰਕਤੀ ਵੱਲ ਦੇਖੀਏ। ਕੰਧੀ ਉੱਤੇ ਰੁਖੜਾ ਕਿਚਰਕ ਬੰਨ ਹੈ ਧੀਰ। ਬੰਨ ਹੈ ਨੰਨੇ ਪੈਰ ਵਿੱਚ ਛੋਟਾ ਜਿਹਾ ਨੁਕਤਾ ਹੈ, ਇਹ ਹਾਹੀ ਦੀ ਆਵਾਜ਼ ਕੱਢਦਾ, ਨੰਨਾ ਭਾਰਾ ਹੋ ਜਾਂਦਾ, ਨੰਨੇ ਨੂੰ ਭਾਰਾ ਕਰਦਾ। ਬੰਨਾ, ਬੰਨਾ, ਇੱਕ ਹੁੰਦਾ ਬੰਨਾ, ਇੱਕ ਹੁੰਦਾ ਬੰਨਾ। ਬੰਨਾ ਜਿਹਦਾ ਬੱਟ ਹੁੰਦੀ ਆ, ਜਾਂ ਬੰਨਾ ਜਿਹੜਾ ਸਪੋਰਟ ਹੁੰਦੀ ਆ, ਪਰਮੇਸ਼ਰ ਦਿੱਤਾ ਬੰਨਾ, ਸਪੋਰਟ, ਸਹਾਰਾ। ਇੱਕ ਹੁੰਦਾ ਬੰਨਾ। ਸੋ ਬੰਨਾ ਦਾ ਮਤਲਬ ਹੈ ਜੇ ਮੈਂ ਟਾਈ ਅਪ ਕਰ ਲਵਾਂ, ਬੰਨਾ। ਜੇ ਬੰਨਾ ਪੁਰੀਆਂ ਪਾਰ ਜਪਜੀ ਵਿੱਚ ਆਉਂਦਾ। ਤੇ ਇਸ ਤਰ੍ਹਾਂ ਅਰਥਾਂ ਦੇ ਮੁਤਾਬਕ ਇਹਨਾਂ ਦਾ ਉਚਾਰਨ ਜਿਹੜਾ ਹੈ ਉਹ ਗਾਈਡੈਂਸ ਲੈ ਕੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਹਨਾਂ ਚਿੰਨ੍ਹਾਂ ਦੀ ਉੱਤੇ ਕੀਤਾ ਜਾ ਸਕਦਾ। ਤੋ ਇਸ ਪੰਕਤੀ ਵਿੱਚ ਉੱਤੇ ਸ਼ਬਦ ਜਿਹੜਾ ਹੈ ਸੰਬੰਧਕ ਹੈ। ਕੰਧੀ ਉੱਤੇ ਰੁਖੜਾ। ਤੋ ਜੇ ਸੰਬੰਧਕ ਵਿੱਚੋਂ ਕੱਢ ਦਈਏ, ਕੰਧੀ ਰੁਖੜਾ ਕਿਚਰਕ ਬੰਨੈ ਧੀਰ, ਕੰਧੀ ਰੁਖੜਾ। ਸੋ ਕੰਧੀ ਰੁਖੜਾ ਜਿਹੜਾ ਆ ਇਹਨਾਂ ਦਾ ਕਨੈਕਸ਼ਨ ਨਹੀਂ ਜੁੜਦਾ, ਤੇ ਉੱਤੇ ਸ਼ਬਦ ਨਾਲ ਜੁੜਦਾ। ਕੰਧੀ ਉੱਤੇ ਰੁਖੜਾ, ਕਿਨਾਰੇ ਦੇ ਉੱਤੇ ਰੁੱਖ ਜੰਮਿਆ ਹੋਵੇ, ਕਿਤੇ ਦਰਿਆ ਦੇ ਕੰਢੇ ਤੇ, ਨਦੀ ਦੇ ਕੰਢੇ ਤੇ, ਤਾਂ ਉਹ ਕਿੰਨਾ ਚਿਰ ਉਹ ਰੁੱਖ ਉੱਤੇ ਰਹਿ ਸਕਦਾ ਆ। ਹੜ੍ਹ ਆਉਂਦੇ ਆ, ਕਈ ਤਰ੍ਹਾਂ ਦੇ ਪਾਣੀ ਦਾ ਵਹਾਅ ਆਉਂਦਾ ਆ, ਉਹ ਦਰਖਤ ਕਿਸੇ ਨਾ ਕਿਸੇ ਦਿਨ ਉਹਨੂੰ ਵਹਾ ਕੇ ਲੈ ਜਾਣਾ ਪਾਣੀ ਦੇ ਵੇਗ ਨੇ, ਉਹ ਬਹੁਤਾ ਚਿਰ ਉੱਥੇ ਠਹਿਰ ਨਹੀਂ ਸਕਦਾ। ਕਿਚਰੁਕ ਬੰਨ੍ਹੈ ਧੀਰ, ਇਹ ਉਦਾਹਰਨ ਦਿੱਤੀ ਹੈ। ਇਸ ਤਰ੍ਹਾਂ ਹੀ ਮਨੁੱਖਾ ਜਨਮ ਜਿਹੜਾ ਹੈ ਇਹਨੇ ਵੀ ਇੱਕ ਦਿਨ ਜਾਣਾ ਹੀ ਜਾਣਾ, ਖਤਮ ਹੋਣਾ ਆ। ਕੰਧੀ ਉੱਤੇ ਰੁਖੜੇ ਦੀ ਤਰ੍ਹਾਂ ਹੈ। ਐੜਾ ਵਾਲੀ ਪੰਕਤੀ ਹੈ। ਗੁਰ ਆਪਣੇ ਉੱਪਰ ਬਲ ਜਾਈਐ। ਸੋ ਗੁਰ ਆਪਣੇ ਉੱਪਰ ਬਲ ਜਾਈਐ, ਇਹਦੇ ਵਿੱਚ ਉੱਪਰ ਸ਼ਬਦ ਜਿਹੜਾ ਹੈ ਸੰਬੰਧਕ ਹੈ। ਈੜੀ ਭਾਗ ਵਿੱਚ ਕੁੰਨੇ ਹੇਠ ਜਲਾਈਐ ਬਾਲਣ ਸੰਦੈ ਥਾਇ। ਤੋ ਇਹਦੇ ਵਿੱਚ ਦੋ ਸੰਬੰਧਕ ਹੈ। ਇੱਕ ਹੈਗਾ ਹੇਠ, ਕੁੰਨੇ ਹੇਠ ਜਲਾਈਏ, ਕੁੰਨੇ ਜਲਾਈਏ ਨਹੀਂ, ਕੁੰਨੇ ਹੇਠ ਜਲਾਈਏ। ਹੇਠ ਦਾ ਮਤਲਬ ਹੈ ਕੁੰਨੇ ਵਿੱਚ ਪਾ, ਕੁੰਨੇ ਦੇ ਥੱਲੇ। ਕੁੰਨਾ ਮਤਲਬ ਹਾਂਡੀ ਹੁੰਦਾ ਆ, ਮੁਲਤਾਨੀ ਭਾਸ਼ਾ ਦਾ ਸ਼ਬਦ ਹੈ ਕੁੰਨਾ, ਇਹਦਾ ਮਤਲਬ ਹਾਂਡੀ। ਤੇ ਤੌੜੀ ਜਿਹਨੂੰ ਆਪਾਂ ਕਹਿੰਦੇ ਆ, ਤੇ ਉਹਦੇ ਹੇਠ
मतलब चुल्हे उत्ते हांडी रखी हुई है, कुन्ना रखिया है, ते चुल्हे दे हेठ कुन्ने दे हेठ मतलब चुल्हे विच जला देना चाहिदा है। बालण संदै थाएं, बालण दे थां ते जानी बालण समझ के वो सिर जिहड़ा आ मतलब वो विचार जिहड़े हन वो चंगे नहीं। ये श्लोक दे विच जां गुरबाणी विच इहदा अर्थ इस तरह दा है, जो सिर साईं ना निवै सो सिर कीजै काएं। उस सिर नूं की करिए जिहड़ा ਜਿਹੜਾ ਸਾਈਂ ਦੇ ਅੱਗੇ ਝੁਕਦਾ ਨਹੀਂ, ਸਾਈਂ ਦਾ ਸ਼ੁਕਰਾਨਾ ਨਹੀਂ ਕਰਦਾ, ਰੱਬੀ ਬੰਦਗੀ ਵਿੱਚ ਨਹੀਂ ਆਉਂਦਾ, ਉਹਨੂੰ ਕੀ ਕਰੀਏ। ਤਾਂ ਉਹਦੇ ਜਵਾਬ ਵਿੱਚ ਇਹ ਪੰਕਤੀ ਹੈ ਵੀ ਕੁੰਨੇ ਹੇਠ ਜਲਾਈਏ। ਮਤਲਬ ਉਹ ਸਮਝ ਲਓ ਇਸ ਤਰ੍ਹਾਂ ਹੈ ਜਿੱਦਾਂ ਹਾਂਡੀ ਦੇ ਥੱਲੇ ਬਾਲਣ ਜਲ ਰਿਹਾ ਹੁੰਦਾ ਆ, ਉਹਦੀ ਹਾਲਤ ਜਿਹੜੀ ਹੈ ਸਿਰ ਦੀ ਇੱਦਾਂ ਦੀ ਹੁੰਦੀ ਆ, ਅਸ਼ਾਂਤੀ ਹੁੰਦੀ ਹੈ, ਮੋਹ ਮਾਇਆ ਦੀ ਅੱਗ ਵਿੱਚ ਉਹ ਜਲ ਰਿਹਾ ਹੁੰਦਾ। दो संबंधक हो गए, एक हेठ एक संदा। संदा संदे संधि ये शब्द जोड़े ये संबंधक होंगे। 87 नंबर ते आते हैं ऊड़ा ऐड़ा ते ईड़ी। लाओ गुरमुखो अपना गैस वर्क देखो किहड़ा किहड़ा संबंधक इन्हां विच बनदा है। लो जी, ऊड़ा वाली पंक्ति है, जस कागद पर मिटे ना मांस। मांस का मतलब स्याही हुंदा है, मस्सू भी आया, मस भी आया, इत्थे मांस है। जस शब्द जिहड़ा है दो तरह हुंदा, एक जस का मतलब हुंदा जिस तरह, एक जस का मतलब हुंदा सिफतसला। जिहदा अर्थ सिफतसला होवे उहनूं यश पढ़िया जांदा है, तो जिहदा मतलब जिस तरह होवे ਉਹਨੂੰ ਜਸ ਕਿਹਾ ਜਾਂਦਾ। ਜਸ ਕਾਗਜ਼ ਪਰ ਮਿਟੈ ਨਾ ਮਾਂਸ, ਜਿਸ ਤਰ੍ਹਾਂ ਕਾਗਜ਼ ਦੇ ਉੱਤੇ ਸਿਆਹੀ ਜਿਹੜੀ ਹੈ ਉਹ ਪੱਕੀ ਲੱਗ ਜਾਂਦੀ ਹੈ, ਮਿਟਦੀ ਨਹੀਂ। ਤਾਂ ਇਹਦੇ ਉੱਤੇ ਪਰ ਸ਼ਬਦ ਜਿਹੜਾ ਇਸ ਪੰਕਤੀ ਵਿੱਚ ਪਰ ਸ਼ਬਦ ਜਿਹੜਾ ਇਹ ਸੰਬੰਧਕ ਹੈ। ਜਸ ਜਿਸ ਤਰ੍ਹਾਂ ਕਾਗਜ਼ ਪਰ, ਕਾਗਜ਼ ਦੇ ਉੱਤੇ ਸਿਆਹੀ ਜਿਹੜੀ ਹੈ ਉਹਦੇ ਦਾਗ ਲੱਗ ਜਾਂਦੇ ਨੇ, ਮਿਟਦੇ ਨੇ। ਕਾਗਜ਼ ਪਰ ਮਿਟੈ ਨਾ ਮਾਂਸ। सो कागज शब्द का दद्दा मुक्ता हो गया क्योंकि पार आ गया। तिसते भार तलै कबन जोर, तिसते भार तलै कबन जोर। इस पंक्ति में तलै शब्द जिहड़ा है इस संबंधक है। तलै का मतलब हेठां, तिसते भार तलै का मतलब थल्ले, तलै थल्ले, कबन जोर। ईड़ी भाग है, जे करे सूतक मनिए सब तै सूतक होए। जेकर शब्द इत्थे इकट्ठा है, जेकर का मतलब है इफ। तो इहदे विच जिहड़ा संबंधक है वह है सब तै। सब तै माने हर थां ते, हर थां उत्ते, सब तै। अगे पंक्ति पंक्तियां तीन अगले 88 नंबर दियां हैं। 88 नंबर विच ऊड़ा पंक्ति ऐड़ा ते ईड़ी इन्हां विचों आपां संबंधक चुनने हैं। देखते हैं तुसीं किवें चुने हैं। ऊड़ा भाग विच अम अब्बे थावों मिठड़ा। अम दा मतलब इत्थे अम्मा मां, अब्बे, अब्बे का मतलब पिता। ਵੱਖ-ਵੱਖ ਭਾਸ਼ਾਵਾਂ ਦੇ ਸ਼ਬਦ ਇੱਥੇ ਵਰਤੇ ਗਏ ਆ। ਥਾਵੋਂ ਮਿੱਠੜਾ, तो जे कही आम अब्बे मिठड़ा, तो इनका कनैक्शन जिहड़ा है ये थावों नाल जुड़दा है। आम अब्बे थावों, थावों मैंने नालों, माँ प्यो नालों मिठा उसका ईश्वर का नाम है। माँ प्यो के नाम नालों भी मिठा नाम है। आम अब्बे थावों मिठड़ा। ऐड़ा वाली पंक्ति है, सगल भवन धारे एक थे किए विस्तारे। थे शब्द जिहड़ा है
ਇਹ ਗੁਰੂ ਗ੍ਰੰਥ ਸਾਹਿਬ ਵਿੱਚ ਸੰਬੰਧਕ ਦੇ ਤੌਰ ਤੇ ਵਰਤਿਆ ਗਿਆ ਥਾ, ਥੇ। ਇਹ ਸ਼ਬਦ ਵਰਬ ਦੇ ਤੌਰ ਤੇ ਵਰਤਿਆ ਗਿਆ, ਹੈਲਪਿੰਗ ਵਰਬ ਥਾ। ਥਾ ਦਾ ਮਤਲਬ ਸੀ, ਕਿਆ ਕਰਤਾ ਥਾ। ਸੋ ਥਾ ਸੰਬੰਧਕ ਵੀ ਵਰਤਿਆ ਗਿਆ ਹੈ ਤੇ ਇੱਥੇ ਥਾ ਜਿਹੜਾ ਹੈ ਉਹ ਹੈਲਪਿੰਗ ਵਰਬ ਵੀ ਵਰਤਿਆ ਗਿਆ। ਇੱਥੇ ਹੈਲਪਿੰਗ ਵਰਬ ਨਹੀਂ ਹੈ, ਇੱਥੇ ਇਹ ਸੰਬੰਧਕ ਹੈ। ਸਗਲ ਭਵਨ ਥਾਰੇ ਧਾਰੇ, ਇੱਕ ਥੇ ਕੀਏ ਵਿਸਥਾਰੇ। ਇੱਕ ਤੇ ਮਤਲਬ ਇੱਕ ਤੋਂ ਹੀ ਇਹ ਸਾਰੇ ਵਿਸਥਾਰ ਹੋਏ ਆ। ਦੁਨੀਆ ਵਿੱਚ ਜੋ ਕੁਝ ਬਣਿਆ ਇਹ ਇੱਕ ਤੋਂ ਹੀ ਵਿਸਥਾਰ ਹੋਇਆ। ਸੋ ਥੇ ਦਾ ਮਤਲਬ ਤੋਂ ਹੈ, ਇੱਥੇ ਇਹਦਾ ਮਤਲਬ ਦਾ ਸੰਬੰਧਕ ਨਹੀਂ ਹੈ। ਤੋ ਇੱਕ ਸ਼ਬਦ ਦਾ ਕੱਕਾ ਇਹਦਾ ਔਂਕੜ ਹਟ ਗਿਆ, ਕਿਉਂਕਿ ਇੱਕ ਸ਼ਬਦ ਜਿਹੜਾ ਈਸ਼ਵਰ ਵਾਸਤੇ ਹੁੰਦਾ ਆ, ਜਿੱਦਾਂ ਇੱਕ ਸ਼ਬਦ ਕਈ ਤਰ੍ਹਾਂ ਹੁੰਦਾ, ਕੱਕਾ ਮੁਕਤਾ ਵੀ, ਇਹ ਕੱਕੇ ਨੂੰ ਸ਼ਾਇਰੀ ਵੀ ਹੁੰਦੀ ਹੈ। ਤੇ ਇੱਥੇ ਕਿਉਂਕਿ ਰੱਬ ਦੀ ਗੱਲ ਹੋ ਰਹੀ ਹੈ ਵੀ ਉਸ ਰੱਬ ਤੋਂ ਸਾਰੇ ਵਿਸਤਾਰੇ ਹੋਏ ਆ, ਰੱਬ ਪੁਲਿੰਗ ਹੈ, ਕੱਕੇ ਨੂੰ ਔਂਕੜ ਚਾਹੀਦਾ ਸੀ, ਕਿਉਂਕਿ ਥੇ ਆ ਗਿਆ ਮੇਰੇ ਸੰਬੰਧਕ, ਕੱਕੇ ਦਾ ਔਂਕੜ ਹਟ ਗਿਆ। ਈੜੀ ਭਾਗ ਵਿੱਚ ਇਹ ਬੁੱਧੀ ਪਾਈ ਮੈਂ ਸਾਧੂ ਕੰਨੋਂ, ਇਹ ਅਕਲ ਮੈਂ ਪ੍ਰਾਪਤ ਕੀਤੀ ਹੈ। ਜੇ ਕਹੀਏ ਇੰਨਾ ਪੜ੍ਹ ਦਈਏ ਇਹ ਬੁੱਧ ਪਾਈ ਮੈਂ ਸਾਧੂ, ਤੇ ਇਹਦਾ ਅਰਥ ਪੂਰਾ ਨਹੀਂ ਬਣਦਾ। ਤੋ ਇਹ ਕੰਨੋਂ ਸ਼ਬਦ ਜਿਹੜਾ ਆ ਇਹਦੇ ਨਾਲ ਬਣਦਾ। ਕੰਨੋਂ ਸ਼ਬਦ ਜਿਹੜਾ ਇਹ ਸੰਬੰਧਕ ਹੈ। ਸਾਧੂ ਕੰਨੋਂ ਮੈਨੇ ਸਾਧੂ ਤੋਂ, ਇਹ ਬੁੱਧੀ ਮੈਂ ਸਾਧੂ ਤੋਂ ਮਿਲੀ ਹੈ, ਸਾਧੂ ਤੋਂ ਪ੍ਰਾਪਤ ਕੀਤੀ ਹੈ। ਸਾਧੂ ਤੋਂ ਮਿਲੀ ਹੈ ਮਤਲਬ ਸਾਧੂ ਦੇ ਉਪਦੇਸ਼ ਤੋਂ, ਸਾਧੂ ਦੇ ਬਚਨਾਂ ਨੂੰ ਧਾਰਨ ਕਰਕੇ ਇਹ ਮੈਂ ਜਿਹੜੀ ਮੇਰੀ ਬੁੱਧੀ ਆ ਇਹ ਇਸ ਤਰ੍ਹਾਂ ਦੀ ਬਣੀ ਹੈ। ਸਾਧੂ ਕੰਨੋਂ, ਸਾਧੂ ਮਤਲਬ ਗੁਰੂ। ਅੱਗੇ ਨੰਬਰ 89 ਤੇ ਆਉਂਦੇ ਹਾਂ। ਹਾਂਜੀ, ਲਾਓ ਗੁਰਮੁਖੋ ਆਪਣਾ ਆਪਣਾ ਗੈਸ ਵਰਕ ਤੇ ਚੁਣੋ ਸੰਬੰਧਕ। ਊੜਾ ਵਾਲੀ ਪੰਕਤੀ ਹੈ, ਕਹਿ ਰਵਿਦਾਸ ਹਾਥ ਪੈ ਨੀਰੈ ਸਹਜੇ ਹੋਏ ਸੋ ਹੋਈ। ਕਹਿ ਰਵਿਦਾਸ ਹਾਥ ਨੀਰੈ, ਹਾਥ ਨੇੜੇ ਮਤਲਬ ਹੱਥ ਨੇੜੇ ਹੈ, ਇਹ ਬਣ ਜਾਂਦਾ। ਜਦੋਂ ਤੁਸੀਂ ਕਹਿੰਦੇ ਹਾਥ ਪੈ ਨੇੜੇ, ਇਹਦਾ ਮਤਲਬ ਹੱਥ ਨਾਲੋਂ ਵੀ ਨੇੜੇ ਹੈ। ਹੱਥ ਨਾਲੋਂ ਮਤਲਬ ਜੇ ਅਸੀਂ ਬਾਂਹ ਨੂੰ ਫੈਲਾ ਦਿੰਦੇ ਹਾਂ, ਸਾਡਾ ਹੱਥ ਕੁਝ ਦੂਰ ਚਲਾ ਜਾਂਦਾ। ਤੇ ਇਹ ਬਾਣੀ ਕਹਿੰਦੀ ਆ ਕਹਿ ਰਵਿਦਾਸ ਹਾਥ ਪੈ ਨੇੜੇ, ਰੱਬ ਜਿਹੜਾ ਆ ਉਹ ਹੱਥ ਨਾਲੋਂ ਵੀ ਨੇੜੇ, ਹੱਥ ਦੂਰ ਹੋ ਜਾਂਦਾ ਆ ਬਾਂਹ ਫੈਲਾਉਣ ਦੇ ਨਾਲ। ਤੇ ਰੱਬ ਜਿਹੜਾ ਆ ਉਹ ਹੱਥ ਨਾਲੋਂ ਵੀ ਨੇੜੇ, ਹਾਥ ਪੈ ਨੇੜੇ ਮਤਲਬ ਨਜ਼ਦੀਕ ਹੈ, ਦੂਰ ਨਹੀਂ ਹੈ, ਹਰ ਵੇਲੇ ਕੋਲ ਹੈ। ਸੋ ਇੱਥੇ ਨੇੜੇ ਸ਼ਬਦ ਜਿਹੜਾ ਨਾ ਪੈ ਸ਼ਬਦ ਜਿਹੜਾ ਹੈ ਇਹ ਸੰਬੰਧਕ ਹੈ। ਪੈ ਦਾ ਮਤਲਬ ਇੱਥੇ ਨਾਲੋਂ ਹੈ, ਇਹ ਸੰਬੰਧਕ ਵਰਤਿਆ ਗਿਆ ਪੈ। ਐੜਾ ਭਾਗ ਵਿੱਚ ਕਹੋ ਕਿੱਥੇ ਹਰਿ ਪਹੋ ਨਸੀਐ, ਤੋ ਜੇ ਕਹੀਏ ਕਹੋ ਕਿੱਥੇ ਹਰਿ ਨਸੀਐ, ਇਹਦਾ ਨਹੀਂ ਕੋਈ ਸਾਰਥਕ ਅਰਥ ਬਣਦਾ। ਕਹੋ ਕਿੱਥੇ ਹਰਿ ਨਸੀਐ, ਜਿਹਦਾ ਨਸਿਆ ਹੁੰਦਾ ਫਿਰ ਕੁਝ ਬਣ ਜਾਂਦੀ ਸੀ। ਇਹ ਨਸੀਐ ਹੈ, ਇਹ ਆਪਣੇ ਵਾਸਤੇ ਆ, ਹਰੀ ਵਾਸਤੇ ਨਹੀਂ। ਤੇ ਪਹੋ ਸ਼ਬਦ ਜਿਹੜਾ ਇਹਨਾਂ ਨੂੰ ਜੋੜਦਾ ਹੈ, ਪਹੋ ਸ਼ਬਦ ਇਹ ਸੰਬੰਧਕ ਹੈ। ਕਹੋ ਕਿੱਥੇ ਹਰੀ ਪਹੋ ਨਸੀਏ, ਪਹੋ ਦਾ ਮਤਲਬ ਕੋਲੋਂ, ਨਾਲੋਂ, ਤੋਂ, ਰੱਬ ਤੋਂ ਕਿੱਥੇ ਕੋਈ ਦੌੜ ਕੇ ਚਲਾ ਜਾਏਗਾ। ਕਹੋ ਕਿੱਥੇ ਹਰੀ ਪਹੋ ਨਸੀਏ, ਕਿਉਂਕਿ ਉਹ ਤਾਂ ਹਰ ਸਰੀਰ ਵਿੱਚ ਬੈਠਾ ਹੈ। ਈੜੀ ਭਾਗ ਵਿੱਚ ਨਾਨਕ ਮਨਮੁਖਾਂ ਨਾਲੋਂ ਟੁੱਟੀ ਭਲੀ, ਜਿਨ ਮਾਇਆ ਮੋਹ ਪਿਆਰ। ਨਾਨਕ ਸ਼ਬਦ ਕਿਉਂ ਕੱਕਾ ਮੁਕਤਾ ਹੈ, ਇਸ ਕਰਕੇ ਇਹਨੂੰ ਪੜ੍ਹਿਆ ਆਪਾਂ ਨਾਨਕ। ਨਾਨਕ ਸ਼ਬਦ ਦਾ ਸੰਬੰਧ ਮਨਮੁਖਾਂ ਨਾਲ ਨਹੀਂ ਹੈ, ਕਿਉਂਕਿ ਨਾਨਕ ਸ਼ਬਦ ਸੰਬੋਧਨ ਕਾਰਕ ਵਿੱਚ ਹੈ, ਸੰਬੋਧਨ ਹੈ। ਸੰਬੋਧਨ ਕਾਰਕ ਜਿਹੜਾ ਹੁੰਦਾ ਉਹ ਵੋਕੇਟਿਵ ਕੇਸ ਹੁੰਦਾ, ਵੋਕੇਟਿਵ ਕੇਸ ਅੰਗਰੇਜ਼ੀ ਵਿੱਚ ਵੋਕੇਟਿਵ। ਇਹ 7 ਤਰ੍ਹਾਂ ਦੇ ਕੇਸ ਹੁੰਦੇ ਆ, ਇਹਨਾਂ ਬਾਰੇ ਵੀ ਕਿਤੇ ਵਿਚਾਰ ਕਰਾਂਗੇ ਜਿਹੜੇ ਗੁਰੂ ਗ੍ਰੰਥ ਸਾਹਿਬ ਵਰਤੇ ਗਏ ਆ।
ਜਿਹਨੂੰ ਆਪਾਂ ਪੰਜਾਬੀ 'ਚ ਕਾਰਕ ਵੀ ਕਹਿੰਦੇ, ਹਿੰਦੀ 'ਚ ਵੀ ਕਾਰਕ ਕਹਿੰਦੇ, ਕਾਰਕ। ਤੋ ਕਾਰਕ ਚਿੰਨ੍ਹ ਹੌਲੀ ਹੌਲੀ ਘਟਦੇ ਗਏ ਨਾ, ਇਹਨਾਂ ਦੀ ਜਗ੍ਹਾ 'ਤੇ ਵੀ ਸੰਬੰਧਕ ਜਿਹੜੇ ਆ ਉਹ ਵਰਤੇ ਜਾਣ ਲੱਗ ਪਏ। ਤੋ ਈੜੀ ਭਾਗ ਵਿੱਚ ਨਾਨਕ ਮਨਮੁਖਾਂ ਨਾਲੋਂ ਟੁੱਟੀ ਭਲੀ, ਸੋ ਨਾਨਕ ਮਨਮੁਖਾਂ ਟੁੱਟੀ ਭਲੀ, ਇਹਨੂੰ ਜੋੜਿਆ ਨਾਲੋਂ ਨੇ, ਤੋ ਨਾਲੋਂ ਜਿਹੜਾ ਉਹ ਸੰਬੰਧਕ ਹੋ ਗਿਆ। ਲਓ ਜੀ, ਆਖਰੀ ਪੰਕਤੀ ਇਸ ਸੈਸ਼ਨ ਵਾਲੀ ਹੈਗੀ ਹੈ ਨੰਬਰ 90 ਦੇ ਵਿੱਚ ਆਪਾਂ ਆਉਂਦੇ ਹਾਂ। 90 ਨੰਬਰ ਦੀਆਂ ਪੰਕਤੀਆਂ ਊੜਾ ਐੜਾ ਈੜੀ ਆਪਣਾ ਆਪਣਾ ਤੀਰ ਤੁੱਕਾ ਲਾਓ ਪਿਆਰੋ, ਦੇਖੋ ਕਿੱਥੇ ਕਿੱਥੇ ਸੰਬੰਧਕ ਵਰਤਿਆ ਗਿਆ, ਕਿਹੜਾ ਕਿਹੜਾ ਸੰਬੰਧਕ ਹੈ। ਊੜਾ ਵਾਲੀ ਪੰਕਤੀ ਹੈ ਨਰਸੈ ਨਾਰੀ ਹੋਏ ਔਤਰੈ। ਇਹਦੇ ਵਿੱਚ ਨਰ ਨਾਰ ਹੋਏ ਔਤਰੇ ਨੂੰ ਸੈ ਨਾਲ ਜੋੜਿਆ ਗਿਆ, ਨਰ ਸੈ ਨਾਰ ਹੋਏ ਔਤਰੈ। ਸੈ ਇੱਥੇ ਸੰਬੰਧਕ ਹੈ, ਇਹ ਕਿਉਂਕਿ ਇਹ ਪ੍ਰਕਰਨ ਦੇ ਮੁਤਾਬਕ ਇਹਨਾਂ ਦੀ ਵਰਤੋਂ ਹੁੰਦੀ ਹੈ। ਤੇ ਸੈ ਦਾ ਮਤਲਬ 100 ਵੀ ਹੁੰਦਾ, ਸੈਂਕੜੇ ਵੀ ਹੁੰਦਾ ਹੈ, ਸੈ ਹੱਥਾਂ ਵਿੱਚ ਗੁਲਾਲ ਜਿੱਦਾਂ, ਪਰ ਉਹ ਪ੍ਰਕਰਨ ਦੇ ਮੁਤਾਬਕ ਅਰਥ ਹੁੰਦਾ ਹੈ। ਤੇ ਪ੍ਰਕਰਨ ਦੇ ਮੁਤਾਬਕ ਇਹਨਾਂ ਦੀ ਵਰਤੋਂ ਜਿਹੜੀ ਹੈ ਉਹ ਸਾਨੂੰ ਪੰਕਤੀ 'ਚ ਲੱਭਣੀ ਪੈਂਦੀ। ਨਰ ਸੈ ਨਾਰ, ਤੇ ਸੈ ਦਾ ਮਤਲਬ 100 ਨਹੀਂ ਹੈ, ਇਹਦਾ ਮਤਲਬ ਨਰ ਤੋਂ ਨਾਰੀ, ਮਨੁੱਖ ਤੋਂ ਇਸਤਰੀ ਹੋ ਕੇ ਜਨਮ ਲੈਂਦੀ ਹੈ। ਨਰ ਸੈ ਨਾਰੀ। ਤੋ ਨਰ ਸ਼ਬਦ ਜਿਹੜਾ ਹੈ ਇਹ ਪੁਲਿੰਗ ਸੀ, ਰਾਰੇ ਨੌਂਕੜ ਚਾਹੀਦਾ ਸੀ, ਪਰ ਕਿਉਂਕਿ ਸੈ ਮੁਰੇ ਸੰਬੰਧਕ ਆ ਗਿਆ ਇਸ ਨੇ ਔਂਕੜ ਹਟਾ ਦਿੱਤਾ। ਐੜਾ ਵਾਲੀ ਪੰਕਤੀ ਹੈ ਮੁਖ ਤੇ ਪੜ੍ਹਤਾ ਟੀਕਾ ਸਾਹਿਤ। ਤੇ ਇੱਥੇ ਜਿਹੜਾ ਤੇ ਸ਼ਬਦ ਹੈ ਇਹਦਾ ਮਤਲਬ ਤੋਂ, ਮੁੱਖ ਤੋਂ ਜਿਹੜਾ ਉਹ ਟੀਕਾ ਸਾਹਿਤ, ਧਾਰਮਿਕ ਪੁਸਤਕ ਜਿਹੜੀਆਂ ਉਹ ਟੀਕੇ ਸਾਹਿਤ ਪੜ੍ਹਦਾ ਹੈ, ਟੀਕਾ ਕਰ ਕਰਕੇ ਪੜ੍ਹਦਾ ਹੈ, ਅਰਥ ਕਰ ਕਰਕੇ ਪੜ੍ਹਦਾ ਹੈ। ਮੁੱਖ ਤੇ ਪੜ੍ਹਤਾ ਟੀਕਾ ਸਾਹਿਤ। ਸੋ ਤੇ ਦਾ ਮਤਲਬ ਕਈ ਵਾਰ ਅਤੇ ਵੀ ਹੁੰਦਾ ਹੈ, ਪਰ ਇੱਥੇ ਇੱਥੇ ਮਤਲਬ ਹੈ ਤੋਂ, ਮੁੱਖ ਤੋਂ, ਮੂੰਹ ਤੋਂ ਪੜ੍ਹਦਾ ਹੈ। ਤੋ ਮੁੱਖ ਸ਼ਬਦ ਜਿਹੜਾ ਖੱਖੇ ਦਾ ਔਂਕੜ ਹਟ ਗਿਆ, ਕਿਉਂਕਿ ਮੁੱਖ ਪੁਲਿੰਗ ਸ਼ਬਦ ਹੁੰਦਾ ਖੱਖੇ ਨੂੰ ਔਂਕੜ, ਤੇ ਇਹ ਤੇਜ ਨੇ ਇਹਦਾ ਔਂਕੜ ਹਟਾ ਦਿੱਤਾ। ਈੜੀ ਭਾਗ ਵਿੱਚ ਨਾਨਕ ਗੁਰ ਸਾਲਾਹੀ ਆਪਣਾ ਜਿੱਦੂ ਪਾਈ ਪ੍ਰਭ ਸੋਏ। ਇੱਕ ਸ਼ਬਦ ਹੁੰਦਾ ਜ਼ਿੰਦੂ, ਇੱਕ ਹੁੰਦਾ ਜਿੱਦੂ। ਜ਼ਿੰਦੂ ਦਾ ਮਤਲਬ ਜ਼ਿੰਦ ਹੁੰਦਾ ਆ, ਜਿਹਨੂੰ ਅਸੀਂ ਟਿੱਪੀ ਬੋਲਦੇ ਹਾਂ, ਉਹ ਫਾਰਸੀ ਸ਼ਬਦ ਹੈ ਜ਼ਿੰਦ, ਸੋਲ। ਤੇ ਜੇ ਅਸੀਂ ਟਿੱਪੀ ਦੱਦੇ ਨੂੰ ਬੋਲਦੇ ਹਾਂ ਤਾਂ ਉਹ ਸੰਬੰਧਕ ਬਣ ਜਾਂਦਾ ਜਿੱਦੂ, ਮਤਲਬ ਜਿਸ ਤੋਂ, ਜਿੱਦੂ ਮਤਲਬ ਜਿਸ ਤੋਂ, ਜਿੱਦੂ। ਨਾਨਕ ਗੁਰ ਸਾਲਾਹੀ ਆਪਣਾ, ਇਹ ਨਾਨਕ ਆਖ ਗੁਰ ਸਾਲਾਹੀ ਆਪਣਾ, ਮੈਂ ਗੁਰੂ ਨੂੰ ਸਲਾਹੁੰਦਾ ਹਾਂ, ਕਿਉਂ? ਜਿੱਦੂ ਪਾਈ ਪ੍ਰਭ ਸੋਏ, ਜਿਸ ਤੋਂ ਉਹ ਪ੍ਰਭੂ ਜਿਹੜਾ ਆ ਉਹ ਪ੍ਰਾਪਤ ਹੁੰਦਾ ਹੈ, ਪ੍ਰਭੂ ਨਾਲ ਸਾਂਝ ਬਣਦੀ ਹੈ। ਤੇ ਇੱਥੇ ਪਿਆਰੇ ਆਪਾਂ 90 ਤੱਕ ਅੱਜ ਵਿਚਾਰ ਕੀਤੀ ਹੈ। ਇਸ ਸੈਸ਼ਨ ਵਿੱਚ 15 ਅੰਕ ਸੀਗੇ, ਤੋਂ 15 ਤੀਹ 45 ਪੰਕਤੀਆਂ ਦੇ ਵਿੱਚ ਸੰਬੰਧਕਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਹੈ। ਸੰਬੰਧਕ ਕਿਸ ਤਰ੍ਹਾਂ ਦੇ ਹੁੰਦੇ ਹਨ, ਕਿਸ ਤਰ੍ਹਾਂ ਉਹ ਵਾਕਾਂ ਨੂੰ ਜੋੜਦੇ ਹਨ, ਨਾਮ ਪ੍ਰਨਾਮ ਨੂੰ ਦੂਜੇ ਨਾਮ ਪ੍ਰਨਾਮ, ਹੋਰ ਨਾਮ ਪ੍ਰਨਾਮ ਆਦਿਕ ਸ਼ਬਦਾਂ ਨਾਲ ਕਿਸ ਤਰ੍ਹਾਂ ਕਨੈਕਟ ਕਰਦੇ ਹਨ, ਤਾਂ ਇਹਨਾਂ ਨੂੰ ਆਪਾਂ ਸੰਬੰਧਕ ਆਖਦੇ ਹਾਂ। ਸੋ ਇੱਥੇ ਆਪਾਂ ਅੱਜ ਸਮਾਪਤ ਕਰਦੇ ਹਾਂ। ਭੁੱਲਾਂ ਦੀ ਖਿਮਾ। ਉਮੀਦ ਹੈ ਕੁਝ ਨਾ ਕੁਝ ਲਾਭ ਜ਼ਰੂਰ ਪ੍ਰਾਪਤ ਹੋਇਆ ਹੋਏਗਾ। ਅਤੇ ਇਸ ਤਰ੍ਹਾਂ ਗੁਰਬਾਣੀ ਪੜ੍ਹਦਿਆਂ ਸਾਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਅਤੇ ਸੰਬੰਧਕ ਵੀ ਪਛਾਣਨੇ ਚਾਹੀਦੇ ਆ ਪੜ੍ਹਦਿਆਂ। ਅਭਿਆਸ ਹੈ, ਜਿੰਨਾ ਅਭਿਆਸ ਆਪਾਂ ਕਰ ਲਵਾਂਗੇ ਉਨਾ ਚੰਗਾ ਹੈ। ਆਓ ਫਤਿਹ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।